ਵੈਤ ਸਿਧਾਂਤ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦੀ ਕਈ ਚੀਜ਼ਾਂ ਜਿਹੜੀਆਂ ਐਸੀਆਂ ਵੀ ਆਉਣਗੀਆਂ ਵਿੱਚ ਜਿਹੜੀਆਂ ਤੁਸੀਂ ਕਹੋਗੇ ਇਹ ਨਹੀਂ ਸਾਨੂੰ ਚੰਗੀਆਂ ਲੱਗੀਆਂ, ਨਹੀਂ ਚੰਗੀਆਂ ਲੱਗਣ ਦੀ ਗੱਲ ਨਹੀਂ ਹੁੰਦੀ। ਹੁਣ ਇਉਂ ਤਾਂ ਅਸੀਂ ਸਿਰਫ ਆਪਣਾ ਹੀ ਧਰਮ ਪੜ੍ਹ ਸਕਦੇ ਨਹੀਂ ਤਾਂ ਸਾਰੀਆਂ ਹੀ ਪੁਸਤਕਾਂ ਪੜ੍ਹਦੇ, ਹਰੇਕ ਧਰਮ ਦੀਆਂ ਪੜ੍ਹਨੀਆਂ ਪੈਂਦੀਆਂ। ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਨਾ ਬੰਦੇ ਨੂੰ। ਜੇ ਜਾਣਕਾਰੀ ਹੋਵੇਗੀ ਤਾਂ ਆਪਾਂ ਦੂਜਿਆਂ ਨੂੰ ਵੀ ਤਾਂ ਸੋਹਣੇ ਜਵਾਬ ਦੇ ਸਕਦੇ ਹਾਂ। ਜੇ ਆਪਾਂ ਨੂੰ ਦੂਜੇ ਦੇ ਧਰਮ ਬਾਰੇ ਹੀ ਨਹੀਂ ਗਿਆਨ, ਆਪਾਂ ਉਹਨੂੰ ਜਵਾਬ ਕੀ ਦੇ ਸਕਦੇ ਹਾਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗਿਆਨ ਸਾਰਾ ਰੱਖੋ ਪਰ ਭਰੋਸਾ ਕੇਵਲ ਇੱਕ ਓੰਕਾਰ ਤੇ ਹੀ ਰੱਖੋ। ਆਓ ਪਿਆਰ ਸਤਿਕਾਰ ਨਾਲ ਇੱਕ ਓੰਕਾਰ ਦਾ ਭਾਵ ਵਾਹਿਗੁਰੂ ਦਾ ਜਾਪ ਕਰੀਏ। ਸਤਿਗੁਰੂ ਕਿਰਪਾ ਕਰਨ। ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਣ 6ਵੇਂ ਪਾਤਸ਼ਾਹ ਮਹਾਰਾਜ ਦੇ ਅਵਤਾਰ ਦੀਆਂ। ਸਾਰੀਆਂ ਸੰਗਤਾਂ ਬਈ ਕੜਾਹ ਪ੍ਰਸ਼ਾਦ ਦੀ ਦੇਗ ਜ਼ਰੂਰ ਕਰਾਓ, ਘਰ ਬਣਾਓ ਦੇਗ, ਪਾਠ ਕਰੋ, ਬਾਹਰ ਪ੍ਰਸ਼ਾਦਾ ਬਾਅਦ ਵਿੱਚ ਵਰਤਣਾ। ਔਰ ਨਾਲ ਨਾਲ ਇੱਕ ਮੇਰੀ ਬੇਨਤੀ, ਜੇ ਸੰਗਤਾਂ ਪ੍ਰਵਾਨ ਕਰ ਲੈਣ, ਮੇਰਾ ਕੋਈ ਜ਼ੋਰ ਤਾਂ ਹੈ ਨਹੀਂ ਤੁਹਾਡੇ ਅੱਗੇ, ਮੇਰੀ ਤਾਂ ਬੇਨਤੀ ਹੋਈ ਜੇ ਪ੍ਰਵਾਨ ਕਰ ਲਓਗੇ। ਜੇ ਤੁਸੀਂ ਇਸ ਤੋਂ ਵੀ 10 ਗੁਣਾ ਜ਼ਿਆਦਾ ਰਸ ਲੈਣਾ ਜਾਂ 100 ਗੁਣਾ ਵੱਧ ਰਸ ਲੈਣਾ ਸੰਗਤ ਨੇ, ਤਾਂ ਇੱਕ ਕਿਰਪਾ ਕਰ ਦਿਓ ਮੇਰੇ ਤੇ। ਜਿੰਨੇ ਦਿਨ ਜਪਜੀ ਸਾਹਿਬ ਦੀ ਕਥਾ ਚੱਲੇ ਉਹਨੇ ਦਿਨ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਵੱਧ ਕਰੀ ਜਾਣਾ ਆਪਣੇ ਨਿਤਨੇਮ ਤੋਂ। ਕਾਹਦੇ ਲਈ? ਉਹ ਤੁਹਾਡੀ ਸਹਾਇਤਾ ਮੈਨੂੰ ਪਹੁੰਚੇਗੀ। ਤੁਸੀਂ ਬੇਨਤੀ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ, ਕਿਉਂ ਇਹ ਸਮੁੰਦਰ ਬੜਾ ਅਗਾਧ ਬੋਧ ਹੈ, ਮੈਨੂੰ ਤਾਂ ਕੋਈ ਸਮਝ ਤਾਂ ਲੱਗਦੀ ਨਹੀਂ, ਨਾ ਤਾਂ ਮੇਰੀ ਇੰਨੀ ਬੁੱਧੀ ਹੈ। ਇਸ ਕਰਕੇ ਮੈਂ ਤਾਂ ਸੰਗਤ ਅੱਗੇ ਹੀ ਬੇਨਤੀ ਕਰਦਾ, ਸੰਗਤ ਮਹਾਰਾਜ ਅੱਗੇ ਬੇਨਤੀ ਕਰੇਗੀ ਮਹਾਰਾਜ ਮੈਨੂੰ ਬੁੱਧੀ ਦੇਣ, ਜਿੰਨੀ ਵੀ ਵੱਧ ਤੋਂ ਵੱਧ ਆਪਾਂ ਵਿਆਖਿਆ ਖੋਲ ਕੇ ਕਰ ਸਕੀਏ, ਤਾਂ ਕਿ ਸੰਗਤ ਨੂੰ ਕੀ ਸੰਸਾਰ ਭਰ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਾਡੀ ਗੁਰਬਾਣੀ ਕਿੰਨੀ ਉੱਚੀ ਹੈ, ਕਿੰਨੀ ਮਹਾਨ ਹੈ, ਇੱਕ ਓੰਕਾਰ ਦਾ ਭਾਵ ਕੀ ਹੈ। ਫਿਰ ਆਪਣੇ ਮਨ ਦੇ ਅੰਦਰ ਹੋਰ ਵੱਧ ਸਤਿਕਾਰ ਪੈਦਾ। ਫਿਰ ਆਪਾਂ ਜਦੋਂ ਵੀ ਇੱਕ ਓੰਕਾਰ ਆਖਾਂਗੇ ਨਾ, ਜਦੋਂ ਵੀ ਜਪਜੀ ਸਾਹਿਬ ਆਰੰਭ ਕਰਾਂਗੇ, ਕਦੇ ਵੀ ਇੱਕ ਓੰਕਾਰ ਅੱਖਰ ਆ ਗਿਆ ਨਾ, ਤਾਂ ਆਪਣੇ ਮਨ ਦੇ ਅੰਦਰ ਆਪਣੇ ਆਪ ਹੀ ਸਤਿਕਾਰ ਆ ਜਾਣਾ ਇੱਕ ਓੰਕਾਰ ਪ੍ਰਤੀ। ਵਾਹਿਗੁਰੂ 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 ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕੱਲ ਦਾ ਆਪਣਾ ਪ੍ਰਸ਼ਨ ਚੱਲਦਾ ਸੀ ਇੱਕ ਓੰਕਾਰ ਉੱਤੇ। ਸਾਰੇ ਪ੍ਰਸ਼ਨ ਕਰਦਿਆਂ ਮਹਾਰਾਜ ਨੇ ਸਮਝਾਤਾ 63 ਪ੍ਰਕਾਰ ਦੇ ਭੇਦ ਹਨ। 7 ਮੱਤਾਂ ਵਾਲਿਆਂ ਨੇ 9 ਅਰਥ ਕੀਤੇ ਹਨ। ਸੋ ਬ੍ਰਹਮਾ ਜੀ ਨੇ 9 ਸਰੂਪ ਕਥਨ ਕੀਤੇ ਨੇ, ਕਪਲ ਮੁਨੀ, ਅਪਾਤਰ ਮੁਨੀ, ਸਨਕਾਦਿਕਾਂ ਨੇ ਆਪਣੇ। ਸੋ ਇਸੇ ਪ੍ਰਕਾਰ ਬ੍ਰਹਮਨਿਸ਼ਠਾਂ ਨੇ ਆਪਣੇ, ਸ਼ਿਵ ਮੱਤ ਵਾਲਿਆਂ ਨੇ, ਤੋ ਪੰਚਰਾਤਰ ਨਾਰਦ ਮੁਨੀ ਨੇ ਆਪਣੇ ਵੱਖਰੇ 9 ਸਰੂਪ ਦੱਸੇ ਨੇ। ਸੋ ਹੁਣ ਇਹਦੇ ਵਿੱਚ ਕਈ ਚੀਜ਼ਾਂ ਐਸੀਆਂ ਨੇ। ਮਾਤਰਾ ਆਪਾਂ ਕੱਲ ਦੇਖੀਆਂ ਸੀ ਵਿਆਕਰਣ ਅਨੁਸਾਰ ਆਕਾਰ, ਉਕਾਰ ਤੇ ਮਕਾਰ ਤੇ ਅਰਧ ਬਿੰਦ, ਕੁੰਡਲ, ਜਿਹੜਾ ਉੱਪਰਲੇ ਪਾਸੇ ਕੁੰਡਲ ਬਣਿਆ ਹੋਇਆ, ਜਿਹਨੂੰ ਆਪਾਂ ਪਰਮਾਤਮਾ ਰੂਪ ਕਿਹਾ। ਥੋੜਾ ਜਿਹਾ ਬਾਹਰ ਨੂੰ ਨਿਕਲ ਜਾਈਏ, ਦੂਜੇ ਕੀ ਮੰਨਦੇ ਨੇ? ਯਾਗਬਲਕ ਮੁਨੀ ਜਿਹੜਾ ਇਹਨੂੰ ਮੰਨਦਾ ਅਮਾਤਰਾ, ਉਹ ਕਹਿੰਦਾ ਕੋਈ ਮਾਤਰਾ ਨਹੀਂ ਹੈ, ਉਹਨੇ ਇਹਨੂੰ ਸਾਫ਼ ਹੀ ਕਰ ਦਿੱਤਾ। ਕਈ ਇਹਨੂੰ ਅੱਧੀ ਮਾਤਰਾ ਮੰਨਦੇ ਨੇ, ਕੋਈ 1 ਮੰਨਦਾ, ਕੋਈ 2 ਮੰਨਦਾ,
ਹੁਣ ਵੈਸ਼ਨਵ ਮੱਤ ਵਾਲੇ ਜਿਹੜੇ 2.5 ਮਾਤਰਾ ਮੰਨਦੇ ਨੇ, ਕਈ ਇਹਨੂੰ 3 ਮਾਤਰਾ ਮੰਨਦੇ ਨੇ, ਸੰਕਾਦਕ ਇਹਨੂੰ 3.5 ਮਾਤਰਾ 'ਚ ਮੰਨਦੇ ਨੇ, ਸਨਾਤਨ ਮੱਤ ਵਾਲੇ ਇਹਨੂੰ 4 ਮਾਤਰਾ ਮੰਨਦੇ ਨੇ, ਵਸ਼ਿਸ਼ਟ ਮੁਨੀ ਜੀ ਕਹਿੰਦੇ ਨਹੀਂ 4.5 ਮਾਤਰਾ, ਤੇ ਵਿਦਾਂਤ ਵਾਲੇ ਕਹਿੰਦੇ ਨੇ ਨਹੀਂ ਜਿਹੜਾ ਓਂਕਾਰ ਅੱਖਰ ਹੈ ਉਹ ਸਰਗੁਣ ਤੇ ਨਿਰਗੁਣ ਦੀ ਉਪਾਸਨਾ ਇਕੱਠੀ ਹੋਈ ਹੈ। ਦੇਖੋ ਮੰਨਣ ਵਿੱਚ ਫਰਕ ਹੈ, ਕੋਈ ਕਿਵੇਂ ਮੰਨਦਾ, ਕੋਈ ਕਿਵੇਂ ਮੰਨਦਾ, ਕੋਈ ਕਿਵੇਂ ਮੰਨਦਾ, ਆਪੋ ਆਪਣੀ। ਮਹਾਰਾਜ ਤਾਈਓ 10ਵੇਂ ਪਾਤਸ਼ਾਹ ਨੇ ਕਿਹਾ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀਂ ਭੂਪਾ। ਹੁਣ ਆਪੋ ਆਪਣੇ ਸਭਨਾਂ ਦੇ ਖਿਆਲ ਨੇ, ਇਸ ਕਰਕੇ ਉਹ ਸਾਰੇ ਜਾਣੇ ਇਹਨੂੰ ਵੱਖੋ ਵੱਖਰਾ ਮੰਨਦੇ ਨੇ। ਫਿਰ ਮਹਾਰਾਜ ਨੂੰ ਕਹਿਣ ਲੱਗੇ ਵੀ ਏਕਾ ਜਿਹੜਾ ਲਾਇਆ ਤੁਸੀਂ ਕਾਹਦੇ ਲਈ ਲਾਇਆ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਛਾ ਇਉਂ ਦੱਸੋ, ਜਿਹੜਾ ਤੁਸੀਂ ਓಂ ਜਾਪ ਕਰਦੇ ਹੋ ਇਹ ਕਿੰਨੀ ਕੁ ਉੱਚੀ ਆਵਾਜ਼ ਵਿੱਚ ਕਰਨਾ ਚਾਹੀਦਾ? ਸੋ ਕਹਿਣ ਲੱਗੇ ਮਹਾਰਾਜ ਇਹ ਜਿਹੜਾ ਓਂ ਹੈ ਨਾ, ਇਹ ਦੂਜੇ ਨੂੰ ਨਾ ਸੁਣੇ, ਇਹ ਸਿਰਫ ਆਪਣੇ ਕੰਨਾਂ ਤੱਕ ਹੀ ਸੁਣੇ, ਬਸ ਆਪਣੇ ਆਪ ਨੂੰ ਹੀ ਪਤਾ ਲੱਗੇ ਬਹੁਤ ਚੁੱਪ ਕਰਕੇ। ਜੇ ਦੂਜੇ ਨੂੰ ਸੁਣੇ ਤਾਂ ਇਹਨੂੰ ਪਾਪ ਮੰਨਿਆ ਜਾਂਦਾ, ਗੁਨਾਹ ਮੰਨਿਆ ਜਾਂਦਾ, ਵੀ ਦੂਜੇ ਨੂੰ ਨਹੀਂ ਸੁਣਨਾ ਚਾਹੀਦਾ, ਸ਼ਕਤੀ ਘਟਦੀ ਆਪਣੀ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਜਿਹੜਾ ਇੱਕ ਲਾਇਆ ਹੈ ਨਾ, ਉੱਤੇ ਕਾਰ ਲਾਈ ਹੈ, ਅਸੀਂ ਇਹਨੂੰ ਦਵੈਤ ਮੱਤ ਵਿੱਚੋਂ ਕੱਢ ਕੇ ਅਦਵੈਤ ਵਿੱਚ ਲਿਆਂਦਾ ਹੈ। ਤੇ ਅਦਵੈਤ ਵਿੱਚ, ਅਦਵੈਤ ਦਾ ਮਤਲਬ ਹੈ ਸਾਰਿਆਂ ਲਈ ਸਾਂਝਾ। 7 ਅਰਬ ਆਬਾਦੀ ਹੈ ਜੇ ਸੰਸਾਰ ਦੀ, ਤਾਂ 7 ਅਰਬ ਬੰਦਾ ਹੀ ਕਹਿ ਸਕਦਾ ਇੱਕ ਓੰਕਾਰ, ਉਹ ਵੀ ਗੱਜ ਵੱਜ ਕੇ ਕਹਿ ਸਕਦਾ ਹੈ ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ, ਇੱਕ ਓੰਕਾਰ। ਕਹਿੰਦੇ ਇਹ ਤੇ ਕੋਈ ਬੈਨ ਨਹੀਂਗਾ, ਕੋਈ ਟੈਕਸ ਨਹੀਂ, ਕੋਈ ਪਾਪ ਨਹੀਂ, ਕੋਈ ਗੁਨਾਹ ਨਹੀਂ, ਜਿਹੜਾ ਮਰਜ਼ੀ ਕਹੇ। ਖੋਲ ਦਿੱਤਾ ਰਸਤਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ। ਪੰਗਤੀ ਤਾਂ ਆਪਾਂ ਰੋਜ਼ ਹੀ ਪੜ੍ਹਦੇ ਆਂ, ਪਰ ਇੱਥੋਂ ਆਪਾਂ ਨੂੰ ਪਤਾ ਲੱਗਣਾ ਕਿ ਇਹ ਇੱਕ ਓੰਕਾਰ ਸਾਰਿਆਂ ਲਈ ਸਾਂਝਾ ਕਰ ਦਿੱਤਾ। ਸੋ ਇਸ ਕਰਕੇ ਇਹ ਜਿਹੜੇ ਦੋਨਾਂ ਨੇ ਵੱਖਰੇਵੇਂ ਮੰਨੇ। ਹੁਣ ਸਿੱਧ ਕਹਿਣ ਲੱਗੇ ਮਹਾਰਾਜ ਜਿਹੜਾ ਵਖਿਆਨ ਹੁੰਦਾ ਨਾ, ਵਖਿਆਨ ਕਰਨਾ, ਵਖਿਆਨ ਦੇ 6 ਅੰਗ ਹੁੰਦੇ ਨੇ। 6 ਅੰਗਾਂ ਵਿੱਚੋਂ ਕਈ ਤਾਂ ਤੁਹਾਡੇ ਸਾਨੂੰ ਸਮਝ ਲੱਗੇ ਨੇ, ਪਰ ਕਈ ਅੰਗ ਤੁਹਾਡੇ ਸਮਝ ਨਹੀਂ ਲੱਗੇ। ਇੱਕ ਵਖਿਆਨ ਵਿੱਚ ਸਭ ਤੋਂ ਪਹਿਲਾਂ ਹੁੰਦਾ ਪਦ ਛੇਦ ਕਰਨਾ, ਵਖਿਆਨ ਦਾ ਪਹਿਲਾ ਅੰਗ ਹੈ। ਪਦ ਛੇਦ ਕਰਨ ਦੇ ਨਾਲ ਨਾਲ ਉਹਦੀ ਵਿਉਤਪਤੀ, ਕਿੱਥੋਂ ਉਤਪਤ ਹੋਇਆ, ਇਹ ਤਾਂ ਹੁਣ ਸਾਨੂੰ ਪਤਾ ਲੱਗ ਗਿਆ। ਵਿਉਤਪਤੀ ਏਕੋ ਹੰਗ ਤੋਂ ਓੰਕਾਰ ਬਣਿਆ। ਫਿਰ ਅਨਵੈ, ਤੀਸਰਾ ਅਨਵੈ ਕਰਨਾ, ਇਹ ਵੀ ਸਾਨੂੰ ਪਤਾ ਲੱਗ ਗਿਆ ਕਿ ਇੱਕ ਓੰਕਾਰ ਅਨਵੈ ਕਰਕੇ ਹੈਗਾ। ਓੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਉਹ ਕੇਵਲ ਇੱਕੋ ਇੱਕ ਹੈ। ਸੱਜੇ ਪਾਸੇ ਤੋਂ ਅਰਥ ਨੇ ਖੱਬੇ ਪਾਸੇ ਨੂੰ ਜਾਣਾ, ਜਿਵੇਂ ਕਾਵ ਰੂਪ ਤੋਂ ਵਾਰਤਕ ਵਿੱਚ ਲੈ ਕੇ ਜਾਂਦੇ ਆਪਾਂ, ਇਹ ਸਾਨੂੰ ਪਤਾ ਲੱਗ ਗਿਆ। ਜਿਵੇਂ ਇੰਗਲਿਸ਼ ਦੀ ਟਰਾਂਸਲੇਸ਼ਨ ਆਪਾਂ ਹਮੇਸ਼ਾ ਕਰਦੇ ਹਾਂ, ਪੰਜਾਬੀ ਵਿੱਚ ਉਹ ਬਿਲਕੁਲ ਉਲਟ ਪਾਸੇ ਨੂੰ ਜਾਂਦਾ ਹੁੰਦਾ ਅੱਖਰ, ਤੇ ਪੰਜਾਬੀ ਵਿੱਚੋਂ ਇੰਗਲਿਸ਼ ਬਣਾਉਂਦੇ ਆ ਉਹ ਦੂਜੇ ਪਾਸੇ ਨੂੰ ਜਾਂਦਾ। ਇਸ ਪ੍ਰਕਾਰ ਦੇ ਨਾਲ ਉਲਟ ਦਿਸ਼ਾ ਨੂੰ ਅੱਖਰ ਨੇ ਜਾਣਾ। ਕਈ ਬੋਲੀ ਵਿੱਚ ਉਹ ਅੱਖਰ ਪਹਿਲਾਂ ਆਉਂਦੇ ਨੇ, ਸਾਡੀ ਬੋਲੀ ਵਿੱਚ ਜਿਹੜਾ ਪਹਿਲਾਂ ਆਉਂਦਾ ਉਹ ਉਧਰ ਬਾਅਦ ਚ ਆਉਂਦਾ। ਸੋ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਅਨਵੈ ਕਰਨਾ ਸੀ ਇਹ ਵੀ ਸਾਨੂੰ ਸਮਝ ਲੱਗ ਗਿਆ। ਫਿਰ ਹੁੰਦੇ ਨੇ ਉਹਦੇ ਅਰਥ, ਅਰਥਾਂ ਦਾ ਵੀ ਪਤਾ ਲੱਗਿਆ। ਫਿਰ ਹੁੰਦੇ ਨੇ ਪ੍ਰਸ਼ਨ ਕਰਨਾ ਕਿਸੇ ਨੇ, 5ਵਾਂ 6ਵਾਂ ਹੁੰਦਾ ਉਹਦਾ ਉੱਤਰ ਦੇਣਾ। ਪਰ ਜਿਹੜਾ ਪਦ ਛੇਦ ਕਰਨਾ ਇਹਦਾ ਸਾਨੂੰ ਸਮਝਾਓ ਵੀ ਤੁਸੀਂ ਇੱਕ ਓੰਕਾਰ ਜਿਹੜਾ ਕਿਹਾ ਹੈ, ਇਹ ਇੱਕ ਦਾ ਪਦ ਸਮਝਾਓ, ਇਕੱਲੇ ਦਾ, ਸਾਡੀ ਸਮਝ ਨਹੀਂ ਪਈ ਹੈ। ਓੰਕਾਰ ਨੂੰ ਪਹਿਲਾਂ ਵੱਖਰਾ ਕਰ ਦਿਓ,
ਕੇਵਲ ਇੱਕ ਦਾ ਅਰਥ ਦੱਸੋ ਕੀ ਹੈ। ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਹੀ ਦੱਸ ਸਕਦੇ ਆ, ਸਧਾਰਨ ਬੰਦਾ ਜਵਾਬ ਨਹੀਂ ਦੇ ਸਕਦਾ। ਹੁਣ ਮਹਾਰਾਜ ਜੀ ਨੇ ਜਦੋਂ ਜਵਾਬ ਦੇਣਾ ਨਾ, ਹੁਣ ਜਿਵੇਂ ਕੋਈ ਅੰਗਰੇਜ਼ ਬੰਦਾ ਗੱਲ ਕਰੇ ਕਿਸੇ ਅਨਪੜ੍ਹ ਨਾਲ, ਉਹ ਕਹਿੰਦਾ ਮੈਨੂੰ ਤਾਂ ਆਉਂਦੀ ਨਹੀਂ ਅੰਗਰੇਜ਼ੀ, ਫਿਰ ਆਪਾਂ ਹੋਰ ਬੰਦਾ ਬੁਲਾਉਣੇ ਪਏ ਇਹਨੂੰ ਅੰਗਰੇਜ਼ੀ 'ਚ ਸਮਝਾ। ਜੇ ਕੋਈ ਇਸੇ ਪ੍ਰਕਾਰ ਸੰਸਕ੍ਰਿਤ ਵਾਲਾ ਆ ਜੇ ਬੰਦਾ ਆਪਣੇ ਕੋਲ, ਆਪਾਂ ਕਿ ਮੈਨੂੰ ਨਾ ਤੇਰੀ ਸਮਝ ਲੱਗਦੀ ਤੈਨੂੰ ਮੇਰੀ ਨਹੀਂ ਲੱਗਦੀ, ਤੇ ਇਹਨੂੰ ਸਮਝਾ ਬਈ ਸੰਸਕ੍ਰਿਤ ਵਾਲਾ ਬੰਦਾ ਲਿਆਈਏ। ਪਰ ਧੰਨ ਗੁਰੂ ਨਾਨਕ ਦੇਵ 14 ਵਿਦਿਆ ਦੇ ਮਾਲਕ ਨੇ। ਮਹਾਰਾਜ ਕਹਿੰਦੇ ਅੱਛਾ ਇੱਕ ਦਾ ਮਤਲਬ ਤੁਹਾਨੂੰ ਸਮਝਾਉਂਦੇ ਆ ਪ੍ਰਮਾਣ ਦੇ ਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਸਜਾਤੀ ਵਿਜਾਤੀ ਤੇ ਸਵੈਗਤ ਭੇਦ ਪ੍ਰਛੇਦ ਰਹਿਤ ਹੈ ਪ੍ਰਮਾਤਮਾ, ਉਹਦਾ ਨਾਮ ਹੈ ਇੱਕ। ਸਜਾਤੀ ਨਹੀਂ ਉਹਦੇ ਵਿੱਚ ਹੈ। ਸਜਾਤੀ ਜਿਹੜਾ ਹੁੰਦਾ ਸਾ ਜਾਤੀ, ਜਿਵੇਂ ਆਪਣੀ ਜਾਤੀ ਹੈ, ਆਪਾਂ ਵੀ ਬੰਦੇ ਆ, ਦੂਜਿਆਂ ਮੁਲਕਾਂ ਵਿੱਚ ਵੀ ਆਪਣੇ ਵਰਗੇ ਹੀ ਬੰਦੇ ਰਹਿੰਦੇ ਨੇ। ਸਜਾਤੀ ਇੰਗਲੈਂਡ ਵਿੱਚ ਵੀ ਆਪਣੇ ਵਰਗੇ ਹੀ ਰਹਿੰਦੇ, ਅਮਰੀਕਾ ਵਿੱਚ ਵੀ ਆਪਣੇ ਵਰਗੇ ਰਹਿੰਦੇ ਨੇ, ਹਰੇਕ ਦੇਸ਼ ਵਿੱਚ ਇਹ ਆਪਣੀ ਜਾਤੀ ਦੇ ਸਾਰੇ ਲੋਕ, ਜਿੰਨੀ ਆਬਾਦੀ ਹੈ ਸਜਾਤੀ ਕਹਿਲਾਉਂਦੀ ਆ। ਪਰ ਕੀ ਪ੍ਰਮਾਤਮਾ ਵਰਗਾ ਵੀ ਕੋਈ ਹੋਰ ਕਿਤੇ ਰਹਿੰਦਾ ਹੈ? ਉਹਦੀ ਸਜਾਤੀ ਹੈ ਕੋਈ? ਬੰਦੇ ਦੀ ਸਜਾਤੀ ਤਾਂ ਇੱਥੇ ਸਾਰੇ ਆਪਾਂ ਇੱਕ ਦੂਜੇ ਵਰਗੇ ਹੀ ਬੈਠੇ ਆ, ਪਰ ਇੱਥੇ ਸਾਰਿਆਂ ਵਿੱਚ ਇਹ ਕੋਈ ਨਹੀਂ ਕਹਿ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਵਰਗਾ ਆਪਣੇ 'ਚ ਕੋਈ ਬੈਠਾ ਹੋਵੇ। ਪਰਮਾਤਮਾ ਵਰਗਾ ਤਾਂ ਹੋਰ ਕੋਈ ਨਹੀਂ ਹੈ ਕਿਤੇ। ਕਹਿੰਦੇ ਹਾਂ ਮਹਾਰਾਜ ਹੋਰ ਕੋਈ ਨਹੀਂ। ਕਹਿੰਦੇ ਫੇਰ ਹੋਇਆ ਨਾ ਇੱਕ, ਜਦੋਂ ਉਹਦੇ ਵਰਗਾ ਹੋਰ ਕੋਈ ਨਹੀਂ ਤਾਂ ਉਹ ਹੋਇਆ ਨਾ ਇੱਕ। ਕਹਿੰਦੇ ਹਾਂ ਜੀ। ਵਿਜਾਤੀ ਕੀ ਹੋਇਆ? ਵਿਜਾਤੀ ਹੁੰਦਾ ਜਿਵੇਂ ਆਪਣੇ ਤੋਂ ਵੱਖਰੇ ਦਰਖਤ ਨੇ, ਪਸ਼ੂ ਨੇ, ਪੰਛੀ ਨੇ। 84 ਲੱਖ ਜੂਨ 'ਚ 84 ਲੱਖ ਚੀਜ਼ਾਂ ਦਾ ਵਖਰੇਵਾਂ ਹੈ ਇੱਕ ਮਨੁੱਖਾ ਜੂਨ ਨਾਲੋਂ। ਪਰ ਵਾਹਿਗੁਰੂ ਦੇ ਵਿੱਚ ਵਿਜਾਤੀ ਵੀ ਹੈ ਨਹੀਂ ਕੋਈ। ਜੇ ਕਹੀਏ ਕਿ ਵਿਜਾਤੀ ਹੈ ਉੱਥੇ ਸਿਰਫ ਇੱਕੋ ਹੀ ਇੱਕ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਅਸੀਂ ਇਹ ਕਹਿੰਦੇ ਆ ਕਿ ਜਿਵੇਂ ਹੁਣ ਬੰਦਾ ਸੀ ਪਹਿਲਾਂ, ਸਾਇੰਸਦਾਨ ਕਹਿੰਦੇ ਨੇ ਪਹਿਲਾਂ ਜਿਹੜਾ ਬੰਦਾ ਸੀ ਅੱਜ ਤੋਂ ਲੱਖਾਂ ਸਾਲ ਪਹਿਲਾਂ ਇਹਨੂੰ ਪੂਛ ਲੱਗੀ ਹੋਈ ਸੀ, ਇਹ ਬਣ ਮਾਣੂ ਦਾ ਰੂਪ ਸੀ। ਸੋ ਹੌਲੀ 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 ਕਰਦਿਆਂ ਕੋਈ ਸਮਾਂ ਸੀ ਬੰਦਿਆਂ ਨੂੰ ਖੰਭ ਵੀ ਲੱਗੇ ਹੁੰਦੇ ਸੀ। ਇਹ ਹੁਣ ਬੜੀਆਂ ਲੱਖਾਂ ਸਾਲਾਂ ਪੁਰਾਣੀਆਂ ਗੱਲਾਂ ਨੇ। ਹੌਲੀ ਹੌਲੀ ਇਹਦੇ 'ਚ ਸੁਧਾਰ ਹੋ ਗਿਆ। ਪਹਿਲਾਂ ਬੰਦੇ ਦੇ ਸਾਰੇ ਸਰੀਰ ਤੇ ਵੱਡੇ ਵੱਡੇ ਵਾਲ ਹੁੰਦੇ ਸੀ ਰਿੱਛ ਵਰਗੇ, ਹੌਲੀ ਹੌਲੀ ਉਹ ਵੀ ਸੁਧਾਰ ਹੋ ਗਿਆ ਕਿ ਵਿਜਾਤੀ। ਪਰ ਪਰਮਾਤਮਾ ਜਿਹੜਾ ਹੈ ਉਹ ਨਿਰਮਲ ਹੈ, ਇੱਕੋ ਹੀ ਹੈ, ਉਹਦੀ ਹੋਰ ਦੂਜੀ ਕੋਈ ਵਿਜਾਤੀ ਨਹੀਂ ਹੈ, ਉਹ ਕੇਵਲ ਇੱਕੋ ਇੱਕ ਹੈ। ਇਸ ਕਰਕੇ ਉਹਨੂੰ ਕਹਿੰਦੇ ਨੇ ਆਪਾਂ ਤਾਂ ਹੁਣ ਪਹਿਲਾਂ ਹੋਰ ਸੀ ਨਾ, ਵਾਲਾਂ ਵਾਲੇ ਪੂਛ ਵਾਲੇ, ਕਿਵੇਂ ਨਾ ਕਿਵੇਂ ਪਤਾ ਨਹੀਂ ਆਉਣ ਵਾਲੇ ਸਮੇਂ ਨੂੰ ਕਹੇ ਜੇ ਬਣ ਜਾਈਏ। ਇਹ ਵੀ ਉਹਦੀ ਲੀਲਾ ਦਾ ਕੋਈ ਅੰਤ ਨਹੀਂ। ਪਰ ਦੇਖੋ ਵਿਜਾਤੀ ਉਹ ਕਿਵੇਂ ਹੈ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਉਹ ਦੇਖੋ ਚਾਰਾਂ ਰੂਪਾਂ ਵਿੱਚ, ਚਾਰਾਂ ਸਮਿਆਂ ਵਿੱਚ ਇੱਕੋ ਹੀ ਹੈ, ਉਹ ਵਿਜਾਤੀ ਨਹੀਂ। ਇਹ ਨਹੀਂ ਕਹਿ ਸਕਦੇ ਕਿ ਰੱਬ ਪਹਿਲਾਂ ਇਸ ਤਰ੍ਹਾਂ ਸੀ ਹੁਣ ਇਸ ਤਰ੍ਹਾਂ ਹੋ ਗਿਆ ਫਿਰ ਇਸ ਤਰ੍ਹਾਂ ਹੋ ਗਿਆ। ਇਹ ਨਹੀਂ ਕਹਿ ਸਕਦੇ ਕਿ ਪਹਿਲਾਂ ਬੱਚਾ ਸੀ ਫਿਰ ਉਹ ਬੁੱਢਾ ਸੀ ਫਿਰ ਉਹ ਬਜ਼ੁਰਗ ਹੋ ਗਿਆ ਫਿਰ ਚੜ੍ਹਾਈ ਕਰ ਗਿਆ ਫਿਰ ਉਹਦੀ ਜਗ੍ਹਾ ਹੋਰ ਗੱਦੀ ਤੇ ਬਹਿ ਗਿਆ ਫਿਰ ਉਹਦੇ ਲੜਕੇ ਨੂੰ ਵੀ ਰੱਬ ਕਿਹਾ। ਮਹਾਰਾਜ ਕਹਿੰਦੇ ਉਹਦੀ ਕੋਈ ਵਿਜਾਤੀ ਦੱਸੋ ਹੈ? ਕਹਿੰਦੇ ਨਾ ਮਹਾਰਾਜ। ਕਹਿੰਦੇ ਫਿਰ ਇੱਕ ਹੈ ਨਾ ਉਹ? ਕਹਿੰਦੇ ਹਾਂ ਜੀ ਫਿਰ ਤਾਂ ਹੈ ਹੀ ਇੱਕ। ਮਹਾਰਾਜ ਜੀ ਤਾਂ ਤਸੱਲੀ ਨਾਲ ਉੱਤਰ ਦੇ ਕੇ ਇੱਕ ਵਾਰੀ ਨਿਰੁੱਤਰ ਕਰਦੇ ਨੇ ਹਰੇਕ ਨੂੰ, ਇਹਦਾ ਕੋਈ ਜਵਾਬ ਨਹੀਂ ਹੈ ਕਿਸੇ ਕੋਲੇ। ਫਿਰ ਸਤਿਗੁਰੂ ਕਹਿੰਦੇ ਸਵੈਗਤ ਭੇਦ ਰਹਿਤ ਹੈ ਵਾਹਿਗੁਰੂ। ਸਵੈਗਤ ਭੇਦ, ਸਵੈ ਆਪਣੇ ਆਪ ਤੋਂ ਗਤ ਪ੍ਰਾਪਤ ਹੋਣਾ। ਜਿਵੇਂ ਇੱਕ ਬੂਟਾ ਦਰਖਤ ਬੀਜ ਬੀਜਦੇ ਆ, ਉਹਦੇ ਵਿੱਚੋਂ ਹੀ ਤਣਾ ਨਿਕਲਦਾ, ਟਾਹਣੀਆਂ ਨਿਕਲਦੀਆਂ, ਪੱਤੇ, ਫੁੱਲ, ਫਲ। ਕੀ ਵਾਹਿਗੁਰੂ ਵਿੱਚੋਂ ਵੀ ਇਸ ਤਰ੍ਹਾਂ ਹੀ ਨਿਕਲਦਾ? ਕਿ ਉਹਦੇ ਵਿੱਚੋਂ ਵੀ ਇਸ ਤਰ੍ਹਾਂ ਹੀ ਨਿਕਲਦੀਆਂ ਚੀਜ਼ਾਂ? ਕਹਿੰਦੇ ਨਹੀਂ ਮਹਾਰਾਜ, ਉਹਦੇ ਵਿੱਚੋਂ ਇਸ ਤਰ੍ਹਾਂ ਨਿਰਗੁਣ ਸਰੂਪ ਵਿੱਚ ਕੁਝ ਨਹੀਂ ਹੈ।
ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਵੇਂ ਬੰਦਾ ਹੈ, ਬੰਦੇ ਦੇ ਵਿੱਚ ਦੇਖੋ ਅੱਖ, ਨੱਕ, ਹੱਥ, ਪੈਰ ਸਭ ਕੁਝ ਹੈ, ਪਰ ਉਹਦੇ ਵਿੱਚ ਤਾਂ ਨਹੀਂ ਹੈ ਕੁਝ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹ ਸਾਹਾਨ ਗਣਿਜੈ ਤੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਦ ਤ੍ਰਿਣ ਕਹਿਤ ਤੈ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸਮਤ। ਵਾਹਿਗੁਰੂ ਵਿੱਚ ਸਵੈਗਤ ਭੇਦ ਨਹੀਂ ਹੈ। ਉਹਦੇ ਵਿੱਚ ਨਾ ਅੱਖਾਂ ਨੇ, ਨਾ ਉਹਦੇ ਚ ਕੰਨ ਆਪਣੇ ਵਾਂਗੂ ਦੇਖਣ ਨੂੰ, ਨਾ ਹੱਥ ਪੈਰ ਨੇ, ਪਰ ਫੇਰ ਵੀ ਉਹ ਦੇਖਦਾ ਹੈ, ਪਰ ਫੇਰ ਵੀ ਉਹ ਸੁਣਦਾ ਹੈ। ਇਹ ਅਜੀਬ ਗੱਲ ਹੈ। ਸਵੈਗਤ ਭੇਦ ਰਹਿਤ ਹੈ ਉਹ ਪ੍ਰਕਾਸ਼ ਰੂਪ। ਹੱਥ ਪੈਰ ਉਹਦਾ ਕੋਈ ਨਹੀਂ ਹੈ, ਪਰ ਫੇਰ ਵੀ ਪੈਰ ਉਹਨੂੰ ਤਾਂ ਨਹੀਂ ਕਿ ਉਹਨੇ ਜਾਣਾ ਹੀ ਨਹੀਂ ਕਿਤੇ, ਕਿਉਂਕਿ ਸਰਬ ਵਿਆਪਕ ਹੈ। ਹੱਥਾਂ ਤੋਂ ਬਿਨਾਂ ਹੀ ਕੰਮ ਕਰ ਦਿੰਦਾ ਹੈ, ਕੰਨਾਂ ਤੋਂ ਬਿਨਾਂ ਹੀ ਸੁਣ ਲੈਂਦਾ ਹੈ। ਇਸ ਕਰਕੇ ਇਹ ਜਿਹੜੇ ਤਿੰਨ ਭੇਦ ਨੇ, ਇਹ ਤਿੰਨ ਭੇਦ ਸ੍ਰਿਸ਼ਟੀ ਵਿੱਚ ਹਨ, ਇਹ ਤਿੰਨ ਭੇਦ ਮਾਇਆ ਵਿੱਚ ਹਨ। ਵਾਹਿਗੁਰੂ ਹੈ ਇੱਕ, ਕਹਿੰਦੇ ਹੈਗਾ ਜੀ ਇੱਕੋ ਹੀ ਆ ਉਹ ਸਿਰਫ, ਕਿਉਂਕਿ ਜਾਤੀ ਵਿਜਾਤੀ ਸਵੈਗਤ ਭੇਦ ਰਹਿਤ ਹੋਣ ਕਰਕੇ ਉਹ ਹੈ ਇੱਕ। ਹਲੇ ਤਾਂ ਇੱਕ ਦਾ ਹੀ ਭਾਵ ਦੱਸ ਰਹੇ ਗੁਰੂ ਨਾਨਕ ਦੇਵ ਜੀ। ਫਿਰ ਮਹਾਰਾਜ ਕਹਿੰਦੇ ਦੇਸ਼ ਕਾਲ ਵਸਤੂ ਰਹਿਤ ਹੈ ਵਾਹਿਗੁਰੂ। ਕਹਿੰਦੇ ਮਹਾਰਾਜ ਇਹ ਵੀ ਸਾਨੂੰ ਸਮਝਾ ਦਿਓ। ਮਹਾਰਾਜ ਕਹਿੰਦੇ ਦੇਸ਼ ਉਹਦਾ ਕਿਹੜਾ? ਹਿੰਦੁਸਤਾਨ ਹੈ, ਜਾਂ ਕੋਈ ਮਾਝਾ ਮਾਲਵਾ ਹੈ, ਜਾਂ ਕੋਈ ਇੰਗਲੈਂਡ 'ਚ ਰਹਿੰਦਾ ਉਹ, ਜਾਂ ਕੋਈ ਚੀਨ 'ਚ ਰਹਿੰਦਾ ਹੈ, ਕਿੱਥੇ ਰਹਿੰਦਾ ਹੈ? ਕਹਿੰਦੇ ਮਹਾਰਾਜ ਉਹ ਤਾਂ ਸਰਬ ਵਿਆਪਕ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਿ ਸਰਬੱਤਰ ਦੇਸਾ ਹੈ ਕਿ ਸਰਬੱਤਰ ਭੇਸਾ ਹੈ। ਕਹਿੰਦੇ ਉਹ ਤਾਂ ਸਾਰੇ ਹੀ ਦੇਸ਼ਾਂ ਵਿੱਚ, ਉਹਦੇ ਲਈ ਕੋਈ ਹੱਦ ਬੰਨਾ ਨਹੀਂ ਹੈ, ਪਾਸਪੋਰਟ ਦੀ ਲੋੜ ਨਹੀਂ ਪੈਂਦੀ ਉਹਨੂੰ, ਵੀਜ਼ਾ ਨਹੀਂ ਲਵਾਉਂਦਾ ਉਹ ਕਿ ਮੈਂ ਉੱਥੇ ਜਾਣਾ ਜੀ ਮੈਨੂੰ ਜਾਣ ਦਿਓ। ਉਹ ਤਾਂ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੋਣ ਕਰਕੇ ਉਹਦਾ ਕੋਈ ਦੇਸ਼ ਨਹੀਂ ਹੈ। ਨਮੋ ਸਰਬ ਦੇਸੈ ਨਮੋ ਸਰਬ ਭੇਸੈ। ਸਾਰਿਆਂ ਦੇਸ਼ਾਂ ਵਿੱਚ ਹੀ ਤੈਨੂੰ ਨਮਸਕਾਰ ਹੈ, ਤੂੰ ਸਾਰਿਆਂ ਭੇਸ਼ਾਂ ਵਿੱਚ ਤੈਨੂੰ ਨਮਸਕਾਰ। ਫਿਰ ਕਹਿਣ ਲੱਗੇ ਮਹਾਰਾਜ ਦੱਸੋ, ਹੋਰ ਵੀ ਦੱਸੋ ਸਾਨੂੰ ਕਿ ਉਹ ਇੱਕ ਕਿਵੇਂ ਹੈ। ਮਹਾਰਾਜ ਕਹਿੰਦੇ ਪਹਿਲਾਂ ਤਾਂ ਮੇਰੀ ਇਸ ਗੱਲ ਦਾ ਜਵਾਬ ਦਿਓ ਕਿ ਉਹਦਾ ਕੋਈ ਦੇਸ਼ ਹੈ? ਬੰਦਿਆਂ ਦੇ ਤਾਂ ਦੇਸ਼ ਹੁੰਦੇ ਨੇ ਨਾ। ਕਹਿੰਦੇ ਹਾਂ ਜੀ ਬੰਦਿਆਂ ਦੇ ਤਾਂ ਦੇਸ਼ ਹੈਗੇ, ਪਰ ਉਹਦਾ ਕੋਈ ਦੇਸ਼ ਨਹੀਂ। ਕਹਿੰਦੇ ਫਿਰ ਉਹ ਇੱਕ ਹੋਇਆ ਨਾ, ਕਿਉਂਕਿ ਇੱਕੋ ਹੀ ਸਰਬ ਵਿਆਪਕ ਹੈ। ਬੰਦਿਆਂ ਦੇ ਜਿਹੜੇ ਸਰੀਰ ਹੁੰਦੇ ਨੇ ਇਹ ਅੱਜ ਇੱਥੇ ਆ, ਕੱਲ ਨੂੰ ਬੰਦਾ ਨਾਭੇ ਚਲਾ ਗਿਆ, ਪਰਸੋਂ ਨੂੰ ਬੰਦਾ ਬੰਬੇ ਚਲਾ ਗਿਆ, ਉਹ ਇੱਕ ਸਰੀਰ ਇੱਕ ਥਾਂ ਇੱਕੋ ਵੇਲੇ ਘੁੰਮ ਸਕਦਾ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਸ਼ਮੀਰ 'ਚ ਗਏ, ਉੱਥੇ ਪੰਡਤ ਨਾਲ ਚਰਚਾ ਹੋਈ। ਜਦ ਪੰਡਤ ਨੇ ਦੇਖਿਆ ਤੇ ਬੜੇ ਪਹੁੰਚੇ ਹੋਏ ਨੇ, ਮਹਾਰਾਜ ਦੇ ਚਰਨਾਂ ਤੇ ਡੇਕ ਕੇ ਕਹਿਣ ਲੱਗਿਆ ਤੁਸੀਂ ਬ੍ਰਹਮ ਗਿਆਨੀ ਹੋ। ਗੁਰੂ ਨਾਨਕ ਦੇਵ ਜੀ ਹੁਣ ਕਦ ਮੰਨਦੇ ਨੇ ਆਪਣੇ ਆਪ ਨੂੰ? ਉਹ ਤਾਂ ਨਿਮਰਤਾ ਦੇ ਪੁੰਜ ਨੇ। ਮਹਾਰਾਜ ਕਹਿੰਦੇ ਬ੍ਰਹਮ ਦਾ ਗਿਆਨ ਤਾਂ ਕੇਵਲ ਬ੍ਰਹਮ ਨੂੰ ਹੋ ਸਕਦਾ ਹੈ। ਇੱਕ ਦੇਸੀ ਸਰੀਰ ਨੂੰ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ ਹੈ। ਮੈਂ ਤਾਂ ਇੱਥੇ ਹੀ ਖੜਾ ਹਾਂ ਬਸ। ਵੈਸੇ ਤਾਂ ਆਪ ਗੁਰੂ ਨਾਨਕ ਦੇਵ ਜੀ ਸਰਬ ਵਿਆਪਕ ਨੇ, ਪਰ ਕਿਉਂਕਿ ਉਹਨਾਂ ਨੇ ਰੂਪ ਉਹ ਜਿਹਾ ਧਾਰਿਆ, ਆਮ ਬੰਦੇ ਨੂੰ ਸਮਝਾਉਣ ਲਈ ਕਹਿੰਦੇ ਨੇ। ਕਹਿੰਦੇ ਭਰਾਵਾ ਮੈਂ ਤਾਂ ਇੱਥੇ ਹੀ ਖੜਾ ਹਾਂ, ਇਸ ਟਾਈਮ ਮੈਂ ਜੇ ਕਸ਼ਮੀਰ ਵਿੱਚ ਆ ਤਾਂ ਮੈਂ ਫਲਾਣੇ ਥਾਂ ਤੇ ਨਹੀਂ ਹਾਂ, ਮੈਂ ਉੱਥੇ ਨਹੀਂ ਹਾਂ, ਮੈਂ ਉੱਥੇ ਨਹੀਂ ਹਾਂ। ਕਹਿੰਦੇ ਪਰਮੇਸ਼ਰ ਸਰਬ ਵਿਆਪਕ ਹੈ, ਫਿਰ ਮੈਂ ਉਹਦੇ ਬਰਾਬਰ ਕਿਵੇਂ ਚਲੇ ਗਿਆ? ਮੈਂ ਬ੍ਰਹਮ ਗਿਆਨੀ ਕਿਵੇਂ ਬਣ ਗਿਆ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਨੂੰ ਇਸੇ ਕਰਕੇ ਆਪਾਂ ਕਹਿੰਦੇ ਆ ਕਿ ਵਾਹਿਗੁਰੂ ਦੇਸ਼ ਤੋਂ ਬਿਨਾਂ ਹੈ, ਵਾਹਿਗੁਰੂ ਪੁਰੀਆਂ ਤੋਂ ਰਹਿਤ ਹੈ। ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਉਹ ਆਪੋ ਆਪਣੀਆਂ ਪੁਰੀਆਂ 'ਚ ਮੌਜਾਂ ਕਰਦੇ ਨੇ। ਕੋਈ ਕਹਿੰਦਾ ਜੀ ਵਿਸ਼ਨੂੰ ਜੀ ਸਮੁੰਦਰ 'ਚ ਵਾਸ ਕਰਦੇ ਨੇ, ਕੋਈ ਕਹਿੰਦਾ ਫਲਾਨਾ ਦੇਵਤਾ ਫਲਾਣੇ ਥਾਂ ਵਾਸ ਕਰਦਾ ਹੈ, ਕੋਈ ਕਹਿੰਦਾ ਉਹ ਪੂਰਬ ਦਿਸ਼ਾ 'ਚ ਫਲਾਨਾ ਦੇਵਤਾ ਵਾਸ ਕਰਦਾ, ਪੱਛਮ ਦੇ 'ਚ ਫਲਾਨਾ ਕਰਦਾ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲਹ ਮੁਕਾਮਾ। ਸਾਰਿਆਂ ਦਾ ਵੱਖੋ ਵੱਖਰਾ ਵਾਸਾ ਹੈ। ਇਹ ਤਾਂ ਬੜੀ ਦੂਰ ਤੱਕ ਚਲਿਆ ਜਾਂਦਾ ਕੰਮ। ਇਹ ਤਾਂ ਦਰਖਤਾਂ ਤੇ ਵੱਖੋ ਵੱਖਰਿਆਂ ਦਾ ਵਾਸਾ ਹੁੰਦਾ ਇਹਨਾਂ ਦਾ। ਬੇਰੀ ਤੇ ਕਿਸੇ ਦਾ ਹੋਰ ਵਾਸਾ ਰਹਿੰਦਾ, ਪਿੱਪਲ ਤੇ ਕਿਸੇ ਦਾ ਹੋਰ ਵਾਸਾ ਰਹਿੰਦਾ। ਇਹ ਤੇ
पर वाहिगुरु ਲਈ ਆਪਾਂ ਕਹਿ ਸਕਦੇ ਹਾਂ कि सर्वत्र देसा है। केवल तू आप ही सर्व व्यापक है, होर कोई भी सर्व व्यापक ना होने करके तैनू असी कहते हाँ एक ओंकार, एक है तू केवल आद अंत एक है अवतारा, सोई गुरु समझियो हमारा, नमस्कार तिसी ही को हमारी, सकल प्रजा जिन आप सवारी। सो महाराज सच्चे पातशाह कहन लगे फिर वो काल तो रहत है, काल भाव समा। आपां कहने संसार दे अंदर फलाने ने सवेरे जन्म लिया, वो दोपहरे जम्मिया है, शाम नूं जम्मिया है, कोई रात नूं जन्म लैंदा है। फिर कहने फलाना बंदा रात चढ़ाई कर गया, फलाना शाम नूं चढ़ाई कर गया। समय अनुसार हरेक बंदा जन्मदा ते मरदा है, पर वाहिगुरु दे विच कोई समा नहीं है, क्योंकि उस समय तो बाहर है, अविनाशी है, काल तो रहत है, मौत तो रहत है, समय तो रहत है वाहिगुरु। इस करके सिद्धो उहनूं तुसीं दसो तुसीं जन्म लिया ना, कहते हाँ जी, ते इन्हां दा भी समा है ना, ब्रह्मा विष्णु महेश दा भी, कहते हाँ जी। ये जाणगे भी, कहते जाणगे भी महाराज, इन्हां दीयां भी उमरां ने। कहते फिर तुसीं इहनूं ब्रह्म किवें कही जांदे हो? वो जिन्हां ने खत्म हो जाना उन्हां नूं ब्रह्म क्यों कहंदे हो? ब्रह्म तां कदे खत्म ही नहीं हुंदा, ब्रह्म तां कदे जन्म ही नहीं लैंदा। महाराज कहने नाले तुसीं कहने भी जिन्ने 100 साल मनुख दी उम्र, ये फिर इहदे बराबर इंद्र दा एक दिन, 100 साल फिर मनुख दी उम्र, फिर एक रात बतीत हुंदी इंद्र दी। इस तरह इंद्र दा 100 साल, फिर ब्रह्मा दा, फिर विष्णु दा, फिर शिव जी दा। गिणदे हो ना इन्हां दी गिणती, ये समय विच ने ना? कहने हाँ जी। ते माया दा किन्ना समा गुजरदा? कहने एक छिन गुजरदा। माया भी समय विच है, पर धन अकाल पुरख समय तो बाहर ने, इस करके उन्होंने कहने फिर दसो हुण है ना इको एक हो? कहने हाँ जी, इको एक वाहिगुरु ही है जिहड़ा समय विच नहीं आउंदा। बाकी सब कोई समय अनुसार जन्मदा है, समय अनुसार मरदा है, हर कोई चीज समय विच बन्नी हुई है। वाहिगुरु समय विच बन्निया नहीं होया, क्योंकि उत्थे समा है ही नहीं। धरती ते 24 घंटे विच आपां देखदे हां रात अते दिन बनदा, चंद्रमा ते महीने बाद एक रात पैंदी है। जे कोई ये बंदा कहे भी सूरज ते कदों रात पैंदी है, सूरज ते कदे रात पैंदी देखी तुसीं? सूरज एको रुत अनेक, नानक करते के केते वेस। सूरज उत्ते गर्मी सर्दी पतझड़ बसंत रुत नहीं है, उत्थे केवल गर्मी है, उत्थे केवल प्रकाश है। सूरज उत्ते रात दिन नहीं है, केवल दिन है। सो इस करके वाहिगुरु विच समा नहीं है। वाहिगुरु इस करके की है, एक है, ਇਹਦਾ ਭਾਵ यही है। एक लिखण ਦਾ ਸਾਡਾ मतलब यही है। समझे? कहने हाँ महाराज समझ गए। कहने फिर तीजी चीज हुंदी है वस्तु। वस्तु किहनूं कहंदे ने? उपाधि नूं। उपाधि खड़ी हो जानी, जिवें हवा दे ਚੱਲਣ ਤੋਂ पानी 'ਚ लहरां हो गईਆਂ, ਇਹਨੂੰ ਆਪਾਂ उपाधि कहने आ। सो जिवें आपां नूं उपाधि खड़ी हो जाती है, कोई ना कोई आदि व्याधि उपाधि। उपाधि चंगे भले बैठे बुखार हो गया, उपाधि खड़ी हो गई, सट लग गई, फोड़ा फिंसी हो गया, ये उपाधि है। पर अकाल पुरख दे विच कोई उपाधि नहीं है। सो इस करके वो वस्तु तो रहत है। इत्थे आके दो हिस्से हो जाने हैं, एक जीव एक ईश्वर, दो हिस्से बनते ने। ये जिन्हों आप ईश्वर कहने या ईश्वर कहने, वो परमेश्वर नहीं है। वो परमेश्वर माया संयुक्त जदों हुंदा उदों उहदा नाम बनदा ईश्वर। पहला जदों विआह नहीं हुंदा उदों तां उहनूं लड़का ही कहंदे ने जां बंदा। शादी हो गई उहनूं पति कहंदे ने। बदल गया ना, पत्नी बन गई, पहला लड़की सी।
बाल बच्चे हो गए तो पिता जी बन गया, हुण माता जी बन गए ने, बदलते जाते हैं। प्रणंगवाद कहते हैं इहनूं, एक चीज ने बदल जाना अपना रूप, फिर दोबारा उस रूप विच ना आउणा। दुध तो दही बनया पर दही तो वापस दुध नहीं बनता। दही तो आपां फिर लस्सी बना लो, फिर दही नहीं बनता। ਉਹਨੂੰ ਰਿੜਕ ਲਓ, ਮੱਖਣ ਬਣ ਗਿਆ, ਪਰ ਬਾਅਦ ਵਿੱਚ ਉਹ ਫਿਰ ਦੁੱਧ ਨਹੀਂ ਬਣ ਸਕਦਾ। ਘਿਓ ਦਾ ਦੁੱਧ ਨਹੀਂ ਬਣਦਾ, ਘਿਓ ਘਿਓ ਹੀ ਰਹਿੰਦਾ। ਪਰ ਵਾਹਿਗੁਰੂ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਹੈ, ਉਹ ਪ੍ਰਣੰਗਵਾਦ ਕਹਿੰਦੇ ਨੇ। ਉਹ ਇਸ ਕਰਕੇ ਉਹ ਮੁੜ ਕੇ ਆਪਣੇ ਸਰੂਪ ਵਿੱਚ ਹੀ ਆ ਜਾਂਦਾ। ਮਹਾਰਾਜ ਕਹਿੰਦੇ ਨੇ ਈਸ਼ਰ ਜਿਹੜਾ ਹੈ, ਈਸ਼ਰ ਬਾਰੇ ਆਪਾਂ ਸਮਝ ਲਈਏ ਵੀ ਈਸ਼ਰ ਕੌਣ ਹੈ। ਜਦੋਂ ਪਰਮੇਸ਼ਰ ਨੇ ਇਹ ਸੰਕਲਪ ਕੀਤਾ ਕਿ ਮੈਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਇਸ ਇੱਛਾ ਦਾ ਨਾਮ ਹੀ ਮਾਇਆ ਹੈ। ਇਸ ਇੱਛਾ ਨੂੰ ਕਹਿੰਦੇ ਆਪਾਂ ਮਾਇਆ। ਤੇ ਮਾਇਆ ਜਿਹੜੀ ਹੈ, ਮਾਇਆ ਨੇ ਅੱਗੇ ਤਿੰਨ ਗੁਣ ਨੂੰ ਜਨਮ ਦਿੱਤਾ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਫਿਰ ਪਰਮੇਸ਼ਰ ਨੇ ਇਸ ਜੀਵ ਨੂੰ ਬਣਾਇਆ ਮਾਇਆ ਦੇ ਰਾਹੀਂ। ਜਿਹੜੇ ਜੀਵ ਦੇ ਵਿੱਚ ਸੁੱਧ ਸਤੋ ਗੁਣ, ਮਾਇਆ, ਜਮਾ ਪਰਮੇਸ਼ਰ ਦੀ ਜੋਤ, ਇਹ ਤਿੰਨ ਚੀਜ਼ਾਂ ਹੁੰਦੀਆਂ ਨੇ ਨਾ, ਉਹ ਪ੍ਰਬਲ ਜੀਵ ਹੀ ਈਸ਼ਰ ਕਹਾਉਂਦਾ ਹੈ। ਉਹ ਪ੍ਰਬਲ ਜੀਵ ਦਾ ਨਾਮ ਈਸ਼ਰ ਹੈ। ਉਹੀ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਨਿਕਲਦਾ ਉਹ ਬ੍ਰਹਮ ਵਿੱਚੋਂ ਹੀ ਹੈ। ਪਰ ਸੁੱਧ ਸਤੋ ਗੁਣ ਤੇ ਮਾਇਆ ਤੇ ਪਰਮੇਸ਼ਰ ਦੀ ਪ੍ਰਬਲ ਅੰਸ਼ ਹੋਣ ਕਰਕੇ ਈਸ਼ਵਰ ਕਹਾ ਕੇ ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ। ਹੈਗੇ ਤਾਂ ਆਪਾਂ ਵੀ ਜੀਵ ਹੀ ਹੈ, ਪਰ ਆਪਣੇ ਅੰਦਰ ਕੀ ਹੈ? ਆਪਣੇ ਅੰਦਰ ਸ਼ੁੱਧ ਸਤੋ ਗੁਣ ਨਹੀਂ ਹੈ। ਆਪਣੇ ਅੰਦਰ ਰਜੋ ਤਮੋ ਸਤੋ ਤਿੰਨੋਂ ਹੀ ਨੇ। ਅਤੇ ਦੇਵਤਿਆਂ ਦੇ ਵਿੱਚ ਜਿਹੜੇ ਦੇਵਤੇ ਬਣਦੇ ਨੇ, ਉਹਦੇ ਤੋਂ ਇਹ ਵੀ ਮਾਇਆ ਨਹੀਂ ਬਣਾਏ ਨੇ। ਇਹ ਰਜੋ ਤਮੋ ਸਤੋ ਤੋਂ ਤਿੰਨ ਦੇਵਤੇ ਬਣਾਤੇ, ਓਕਾਰ ਮਕਾਰ ਆਕਾਰ, ਜਿਹੜੇ ਆਪਾਂ ਕੱਲ ਵਿਚਾਰ ਕੀਤੇ ਸੀ। ਤੇ ਇਸੇ ਪ੍ਰਕਾਰ ਜਿਹੜੇ ਆਪਾਂ ਜੀਵ ਬਣੇ ਆ, ਆਪਣੇ ਵਿੱਚ ਸਤੋ ਗੁਣੀ ਤਾਂ ਕੋਈ ਕੋਈ ਬੰਦਾ ਹੁੰਦਾ, ਰਜੋ ਗੁਣੀ ਤਮੋ ਗੁਣੀ ਹੋਣ ਕਰਕੇ ਜਿਨ੍ਹਾਂ ਵਿੱਚ ਪੂਰਾ ਪੂਰਾ ਹੀ ਤਮੋ ਗੁਣ ਹੈ, ਉਹ ਦੈਂਤ ਬਣ ਜਾਂਦੇ ਨੇ। ਜਿਨ੍ਹਾਂ ਦੇ ਵਿੱਚ ਥੋੜਾ ਬਹੁਤ ਤਮੋ ਗੁਣ ਤੇ ਕੁਝ ਐਸਾ ਗੁਣ ਹੈ ਕਿ ਬਹੁਤੇ ਪਾਪ ਇਕੱਠੇ ਹੋ ਕੇ 10% ਪੁੰਨ, ਉਹ ਫਿਰ ਜਨਮ ਲੈਂਦੇ ਨੇ ਡੰਗਰਾਂ ਦੇ ਵਿੱਚ। ਇਸ ਪ੍ਰਕਾਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੈ। 5 ਤੱਤਾਂ ਤੋਂ 25 ਪ੍ਰਕਿਰਤੀਆਂ ਬਣਾ ਕੇ ਰਚਨਾ ਬਣਾਈ ਹੈ ਪਰਮੇਸ਼ਰ ਨੇ। ਸੋ ਆਪਣਾ ਤਾਂ ਵਿਸ਼ਾ ਚੱਲ ਰਿਹਾ ਸੀਗਾ ਕਿ ਉਹ ਵਾਹਿਗੁਰੂ ਜਿਹੜਾ ਹੈ, ਉਹ ਜੀਵ ਨੂੰ ਜਿਹੜਾ ਬਣਾਇਆ ਉਸ ਪਰਮੇਸ਼ਰ ਨੇ, ਇਹਦੇ ਵਿੱਚ ਆਪਾਂ ਦੇਖ ਰਹੇ ਵਸਤੂ। ਵਸਤੂ ਦਾ ਮਤਲਬ ਹੈ ਉਪਾਧੀ। ਜੀਵ ਦੇ ਵਿੱਚ 3 ਉਪਾਧੀਆਂ ਨੇ। ਕਾਹਦੇ ਕਰਕੇ? ਇਹ ਵਿਅਸ਼ਟੀ ਉਪਾਧੀ ਹੁੰਦੀ ਮਾਇਆ ਦੀ ਇੱਕ। ਵਿਅਸ਼ਟੀ ਉਪਾਧੀ ਉਹਨੂੰ ਕਹਿੰਦੇ ਨੇ ਜਿਵੇਂ ਕੱਲਾ ਕੱਲਾ ਦਰਖਤ ਹੋਵੇ। ਕੱਲੇ ਕੱਲੇ ਬੂਟੇ ਨੂੰ ਆਪਾਂ ਕਹਿੰਦੇ ਆ ਇੰਨੇ ਬ੍ਰਿਛ ਖੜੇ ਨੇ, ਇਹ ਆੜੂ ਹੈ, ਅੰਬ ਹੈ, ਇਹ ਫਲਾਨਾ ਬੂਟਾ ਹੈ, ਫਲਾਨਾ ਹੈ। ਪਰ ਸਮੁੱਚੇ ਰੂਪ ਵਿੱਚ ਆਪਾਂ ਉਹਨੂੰ ਕਹਿੰਦੇ ਆ ਬਾਗ। ਹੁਣ ਨਹੀਂ ਕਹਿੰਦਾ ਇਹ ਅੰਬ ਹੈ, ਆੜੂ ਹੈ। ਸਮੁੱਚੇ ਰੂਪ ਵਿੱਚ ਆਪਾਂ ਉਹਨੂੰ ਬਾਗ ਕਹਿੰਦੇ ਆ। ਬਾਗ ਨੂੰ ਕਹਿੰਦੇ ਮਾਇਆ ਦੀ ਸਮਸ਼ਟੀ ਉਪਾਧੀ। ਇਸ ਕਰਕੇ ਵਿਅਸ਼ਟੀ ਉਪਾਧੀ ਵਿੱਚ ਕੱਲਾ ਕੱਲਾ। ਤਾਂ ਵਿਅਸ਼ਟੀ ਉਪਾਧੀ ਦੇ ਵਿੱਚ 3 ਚੀਜ਼ਾਂ ਆ ਜਾਂਦੀਆਂ ਨੇ। ਇੱਕ ਜੀਵ ਜਿਹੜਾ ਹੈ ਵਿਸ਼ਵ ਨਾਮੇ ਜੀਵ, ਇੱਕ ਤੇਜਸਵ ਤੇ ਇੱਕ ਪ੍ਰਾਗਿਆ। ਔਖਾ ਤਾਂ ਲੱਗੂਗਾ ਤੁਹਾਨੂੰ, ਪਰ ਆ ਜਾਊਗੀ ਸਮਝ ਬਾਅਦ ਵਿੱਚ, ਹੌਲੀ ਹੌਲੀ ਆ ਜਾਂਦੀ ਹੈ। ਵਿਸ਼ਵ ਨਾਮੇ ਜੀਵ, ਆਪਾਂ ਇਹ ਆਪਣੇ 'ਚ 3 ਉਪਾਧੀਆਂ ਨੇ। ਹੁਣ ਆਪਾਂ ਜਾਗਰਤ ਅਵਸਥਾ ਵਿੱਚ ਬੈਠੇ ਹਾਂ। ਜਿਹੜਾ ਜਾਗਰਤ ਅਵਸਥਾ ਦਾ ਅਭਿਮਾਨੀ ਹੈ, ਜਿਹੜਾ ਕਹਿੰਦਾ ਮੈਂ ਜਾਗਦਾ ਬੈਠਾ, ਮੈਂ ਦੇਖ ਰਿਹਾ, ਮੈਂ ਸੁਣ ਰਿਹਾ, ਮੈਂ ਜਾ ਰਿਹਾ, ਮੈਂ ਖਾ ਰਿਹਾ, ਮੈਂ ਪੀ ਰਿਹਾ, ਇਹ ਵਿਸ਼ਵ ਨਾਮੇ ਜੀਵ ਆਪਾਂ ਨੂੰ ਅੰਦਰੋਂ ਜਣਾਉਂਦਾ। ਇਹ ਜੀਵ ਦੀਆਂ 3 ਅਵਸਥਾਵਾਂ ਨੇ। ਜਿਹੜਾ ਇਸ ਟਾਈਮ ਕਹਿੰਦਾ ਮੈਂ ਜਾਗਦਾ ਹਾਂ, ਅੱਛਾ ਜਾਗਦਾ, ਸਭ ਕੁਝ ਦੇਖਦਾ, ਹਾਂ ਮੈਂ ਦੇਖਦਾ। ਸੌਂ ਗਿਆ, ਹੁਣ ਬੈਠਾ ਬੈਠਾ ਸੌਂ ਗਿਆ। ਕਿੱਥੇ ਚਲਾ ਗਿਆ ਸੀ? ਕਹਿੰਦਾ ਮੈਨੂੰ ਸੁਪਨਾ ਦੇਖਿਆ ਮੈਂ। ਤੂੰ ਤਾਂ ਸੁੱਤਾ ਪਿਆ ਸੀ, ਤੂੰ ਸੁਪਨਾ ਕਿਵੇਂ ਦੇਖ ਲਿਆ? ਚਲੋ ਜਾਗਦਿਆਂ ਹੋਇਆ ਤਾਂ ਤੂੰ ਦੇਖਦਾ ਸੀ। ਤੇਰੀਆਂ